अस्सलाम वालेकुम जी एंड प्यार भरी सत श्री अकाल आदाब जी। चवा साहब गुरुद्वारा ਦੇ ਉੱਤੇ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਉਹਦੇ ਮੁਤਲਕ ਆਪਾਂ ਗੱਲ ਕਰ ਰਹੇ ਸੀ ਕਿ ਗੁੰਬਦ ਵਗੈਰਾ ਕਿਸ ਤਰ੍ਹਾਂ ਹੋਣਗੇ, ਕਿਸ ਤਰ੍ਹਾਂ ਗੁੰਮਟੀਆਂ ਠੀਕ ਕਰਨੀਆਂ ਨੇ, ਛੱਤ ਦਾ ਕੀ ਕੰਮ ਕਰਨਾ ਹੈ, ਵਾਟਰਪ੍ਰੂਫਿੰਗ ਕਿੱਦਾਂ ਕਰਨੀ ਹੈ। ਸੋ ਆਪਣੇ ਜਿਹੜੇ ਭਰਾ ਕਾਰ ਸੇਵਾ ਕਰ ਰਹੇ ਨੇ, ਜਿਹੜੇ ਸਾਰਾ ਦਿਨ ਮਜ਼ਦੂਰੀ ਕਰਦੇ ਨੇ ਇੱਥੇ, ਉਹਨਾਂ ਦੀ ਅਕੋਮੋਡੇਸ਼ਨ ਕਿੱਥੇ ਬਣ ਰਹੀ ਹੈ। कुछ दोस्त सवाल कर रहे सन कि भी वो किद्दां दी अकोमोडेशन होएगी, किहड़े पासे होएगी, क्या कोई गुरुद्वारे दी बिल्डिंग दे सराउंडिंग बना के कोई व्यू तो नहीं खराब हो रहा। तो असीं तुहानूं दसदे चलीए कि इदां दी कोई गल नहीं है। तकरीबन 350 फुट के फासले के उत्ते वैसटर्न साइड के उत्ते टिल्ला जोगियां वाले पासे नूं अगर मूँह करो तो उस पासे नूं अकोमोडेशन जिहड़ी है ਉਹ देखो तुसीं ਇਹ सामने ਉਹ तुहानूं जिहड़ी छत नज़र आ रही है ਉਹ ਜਿਹੜੀ ਆ ਅਕੋਮੋਡੇਸ਼ਨ ਹੈ ਇਸ ਵੇਲੇ ਜਿਹੜੇ ਵੀਰ ਕਾਰ ਸੇਵਾ ਕਰ ਰਹੇ ਨੇ ਉਹਨਾਂ ਵਾਸਤੇ ਹੈ। ਔਰ ਪਹਿਲੀ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਕਾਰ ਸੇਵਾ ਕਰਨ ਵਾਲੇ ਜਿਹੜੇ ਸਾਡੇ ਹੈਲਪਿੰਗ ਹੈਂਡਸ ਨੇ, ਸਾਡੇ ਮਜ਼ਦੂਰ ਭਰਾ ਨੇ, ਉਹਨਾਂ ਵਾਸਤੇ ਵੀ ਇੰਨੀਆਂ ਸੋਹਣੀਆਂ ਜਿਹੜੀਆਂ ਨੇ ਉਹ ਪ੍ਰਬੰਧ ਕਰ ਰਹੇ ਨੇ। ਅਤੇ ਅਸੀਂ ਕਹਾਂਗੇ ਕਿ ਬਹੁਤ ਸ਼ੁਕਰੀਆ ਰਣਜੀਤ ਨਿਗਾਰਾ ਦਾ। ਅਤੇ ਸਾਡੇ ਆਰਕੀਟੈਕਟ ਜਿਹੜੇ ਨੇ ਰਾਣਾ ਉਸਮਾਨ ਸਾਹਿਬ, ਉਹ ਦੱਸਣਗੇ ਬਾਕੀ ਦੀ ਡਿਟੇਲਸ ਕਿ ਉੱਥੇ ਕੀ ਫੈਸਿਲਿਟੀਜ਼ ਜਿਹੜੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਅਤੇ ਫਿਰ ਅਸੀਂ ਤੁਹਾਨੂੰ ਉੱਥੇ ਲੈ ਕੇ ਵੀ ਚੱਲਾਂਗੇ ਕਿ ਕਿੰਨੇ ਰੂਮ ਤਿਆਰ ਹੋਏ ਨੇ, ਕਿੰਨੇ ਬਾਥ, ਕਿੰਨੇ ਟੋਇਲਟ, ਔਰ ਬਾਕੀ ਕੀ ਫੈਸਿਲਿਟੀ ਹੋਏਗੀ। ਬਾਕੀ ਓਵਰਵਿਊ ਤੁਹਾਨੂੰ ਇੱਥੋਂ ਅਸੀਂ ਉੱਪਰੋਂ ਦੱਸਦੇ ਹਾਂ। ਪਲੀਜ਼। अस्सलाम वालेकुम जी। ਤੁਸੀਂ ਜੇ ਸਾਊਥ ਵੈਸਟ ਵੱਲ ਨੂੰ ਵੇਖੋ ਤੇ ਸਾਊਥ ਵੈਸਟ ਆਉਂਦਾ ਸਾਡਾ, ਇਹਦੇ ਪਿੱਛੇ ਸਾਡਾ ਮਤਲਬ ਇਹਦੇ ਲੈਫਟ ਹੈਂਡ 'ਤੇ ਸਾਡੇ ਕੋਲ ਤਲਾਕੀ ਗੇਟ ਹੈਗਾ, ਇਹਦੀ ਬੈਕ ਸਾਈਡ 'ਤੇ ਲੰਗਰਖਾਨੀ ਗੇਟ ਹੈਗਾ। ਇਹ ਇੱਧਰੋਂ ਤਕਰੀਬਨ ਕੋਈ 350 ਤੋਂ ਲੈ ਕੇ ਤਕਰੀਬਨ 400 ਫੁੱਟ ਦੇ ਫਾਸਲੇ 'ਤੇ ਅਸੀਂ ਹੈਗੇ ਹਾਂ, ਜਿੱਥੇ ਅਸੀਂ ਹੈ ਕਾਰ ਸੇਵਾ ਦੇ ਲੋਕਾਂ ਵਾਸਤੇ, ਵੀਰਾਂ ਵਾਸਤੇ ਅਸੀਂ ਅਕੋਮੋਡੇਸ਼ਨ ਬਣਾ ਰਹੇ ਹਾਂ। ਅਕੋਮੋਡੇਸ਼ਨ ਦੇ ਵਿੱਚ 3-4 ਬੁਨਿਆਦੀਆਂ ਸ਼ੈਵਾਂ ਸਨ ਜਿਹਦੇ ਵਾਸਤੇ ਅਸੀਂ ਅਕੋਮੋਡੇਸ਼ਨ ਬਣਾਈ। ਅਦਰਵਾਈਜ਼ ਤਾਂ ਤੰਬੂਆਂ ਵਿੱਚ, ਟੈਂਟਾਂ ਵਿੱਚ ਲੋਕ ਰੱਖਦੇ ਨੇ, ਮਤਲਬ ਕਾਰ ਸੇਵਾ ਦੇ ਲੋਕਾਂ ਨੂੰ। ਸਾਡੇ ਨਾਲ ਤਾਂ ਇੱਥੇ ਲੇਬਰ ਹੈ ਨਾ, ਅਤੇ ਉਹਨੂੰ ਲੇਬਰ ਵਾਂਗੂ ਹੀ ਟਰੀਟ ਕਰੀਦਾ। ਲੇਕਿਨ ਇੱਥੇ ਸਾਨੂੰ ਰਣਜੀਤ ਨਗਾਰਾ ਵੱਲੋਂ, ਸਤਪ੍ਰੀਤ ਵੀਰ ਵੱਲੋਂ ਜਿਹੜੀ ਸਟ੍ਰਿਕਟਲੀ ਜਿਹੜੇ ਆਰਡਰ ਨੇ ਸਾਨੂੰ, ਉਹ ਇਹੀ ਨੇ ਕਿ ਅਸੀਂ ਇਹਨਾਂ ਕੋਲੋਂ ਖਿਦਮਤ ਕਰਾਉਣੀ ਨਹੀਂ, ਇਹਨਾਂ ਦੀ ਖਿਦਮਤ ਵੀ ਕਰਨੀ ਹੈ। ਅਤੇ ਅਸੀਂ ਜਿਹੜੀ ਅਕੋਮੋਡੇਸ਼ਨ ਬਣਾਈ ਹੈ ਇਹਦੇ ਵਿੱਚ ਅਸੀਂ ਇਹਨਾਂ ਨੂੰ ਵਾਸ਼ਰੂਮ ਦਿੱਤੇ ਨੇ, ਬੰਦ ਵਾਸ਼ਰੂਮ ਦਿੱਤੇ ਨੇ, ਵੈਂਟੀਲੇਟਡ ਵਾਸ਼ਰੂਮ ਹੈਗੇ ਨੇ, ਨਾਲ ਅਸੀਂ ਗੁਸਲਖਾਨੇ ਦਿੱਤੇ ਨੇ ਇਹਨਾਂ ਨੂੰ, ਅਸੀਂ ਸਿੰਕ ਦਿੱਤੇ ਨੇ ਬਣਾ ਕੇ, ਗਰਮ ਠੰਡੇ ਪਾਣੀ ਦਾ ਜਿਹੜਾ ਇੰਤਜ਼ਾਮ ਕੀਤਾ, ਗੀਜ਼ਰ ਲੱਗਾ ਹੋਇਆ ਤਾਂ ਕਿ ਸਰਦੀਆਂ ਵਿੱਚ ਵੀ ਉਹ ਸਕੂਨ ਨਾਲ ਨਹਾ ਸਕਣ। ਖੁਰਾ ਹੈਗਾ। ਮੇਨ ਅਕੋਮੋਡੇਸ਼ਨ ਜਿਹੜੀ ਹੈਗੀ ਹੈ ਉਹ 110 ਫੁੱਟ ਬਾਈ 24 ਫੁੱਟ ਦੀ ਹੈਗੀ ਹੈ। ਇਹਦੇ ਵਿੱਚ ਜਿਹੜਾ ਰਫਲੀ ਸਾਡਾ ਐਸਟੀਮੇਟ ਹੈਗਾ ਉਹ 60 ਤੋਂ 70 ਬੰਦਾ ਅਕੋਮੋਡੇਟ ਅਸੀਂ ਕਰ ਸਕਦੇ ਹਾਂ, ਜਿਹੜੇ ਕਰ ਸਕਦੇ ਲੋਕ ਨੇ। ਹਜੇ ਸਾਡੇ ਕੋਲ 35 ਤੋਂ 40 ਲੋਕ ਨੇ, ਲੇਕਿਨ ਆਉਣ ਦੇ ਵਕਤ ਨੂੰ ਕਿਉਂਕਿ ਕੰਮ ਵਧਣਾ, ਚੀਜ਼ਾਂ ਵਧਣੀਆਂ ਨੇ, ਵੀਰ ਸਾਡੇ ਹੋਰ ਆਉਣਗੇ, ਅਤੇ ਉਹਨਾਂ ਵਾਸਤੇ ਅਸੀਂ ਪਹਿਲੇ ਹੀ ਸੋਚਿਆ ਕਿ ਸਾਨੂੰ ਬਾਅਦ ਦੇ ਵਿੱਚ ਜਿਹੜਾ ਨਾ ਇਜ਼ਾਫੀ ਖਰਚਾ ਨਾ ਕਰਨਾ ਪਵੇ। ਅਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਇੱਕ ਸਾਈਡ ਦੇ ਉੱਤੇ ਬਾਥਰੂਮ ਰੱਖੇ ਨੇ ਅਕੋਮੋਡੇਸ਼ਨ ਦੇ, ਅਤੇ ਦੂਜਾ 110 ਫੁੱਟ ਦੂਰ ਦੂਜੀ ਸਾਈਡ 'ਤੇ ਅਸੀਂ ਕਿਚਨ, ਤੰਦੂਰ ਅਤੇ ਉਹਦਾ ਸਟੋਰੇਜ, ਕਿਚਨ ਦਾ ਆਪਣੀ ਜਿਹੜੀ ਪੈਂਟਰੀ ਹੁੰਦੀ ਆ, ਅਸੀਂ ਉਹ ਬਣਾਈ ਹੈ ਤਾਂ ਕਿ ਦੋਵੇਂ ਸ਼ੈਵਾਂ ਇੱਕ ਦੂਜੇ ਤੋਂ ਵੱਖੋ ਵੱਖ ਰਹਿਣ। ਅਤੇ ਸਮੈਲ ਵਗੈਰਾ ਜਿਹੜਾ ਹੈਗਾ ਉੱਥੇ ਅਸੀਂ ਸੈਪਟਿਕ ਟੈਂਕ ਬਣਾਇਆ ਵੱਡਾ, ਇੰਨਾ ਵੱਡਾ ਹੈ ਕਿ 1.5-2 ਸਾਲ ਉਹਨੂੰ ਈਵਨ ਸਾਫ਼ ਕਰਨ ਦੀ ਵੀ ਲੋੜ ਨਹੀਂ ਪਏਗੀ। ਠੀਕ ਹੈ। ਉਹਦੇ ਵਿੱਚ ਹੁਣ ਅਕੋਮੋਡੇਸ਼ਨ ਵਿੱਚ ਅਸੀਂ ਜਿਹੜੀ ਚੀਜ਼ ਇਸਤੇਮਾਲ ਕੀਤੀ, ਅਸੀਂ ਮੇਨਲੀ ਵੈਂਟੀਲੇਟਡ ਕੀਤਾ ਇਹਨੂੰ। ਤੁਸੀਂ ਜਾਓਗੇ ਹਜੇ ਇਸ ਟਾਈਮ ਜਿਹੜੀ ਉਹਦੇ ਵਿੱਚ ਲਾਈਟ ਆ ਰਹੀ ਹੈ ਨਾ, ਇਹੋ ਜਿਹੀ ਲਾਈਟ ਹੈ ਕਿ ਸਰਦੀਆਂ ਵਿੱਚ ਵੀ ਹੈ ਰੋਸ਼ਨੀ ਇੰਜੋਏ ਹੋਏਗੀ, ਅਤੇ ਗਰਮੀਆਂ ਵਿੱਚ ਸੂਰਜ ਥੋੜ੍ਹਾ ਜਿਹਾ ਉੱਤੇ ਹੁੰਦਾ ਅਤੇ ਉੱਧਰੋਂ ਇਨਡਾਇਰੈਕਟ ਲਾਈਟ ਆਏਗੀ, ਡਾਇਰੈਕਟ ਲਾਈਟ ਨਹੀਂ ਆਏਗੀ। ਲੇਕਿਨ ਉਹ ਜਗ੍ਹਾ ਜਿਹੜੀ ਹਵਾ ਉੱਧਰੋਂ ਗੁਜ਼ਰਦੀ ਰਹੇਗੀ, ਵੈਂਟੀਲੇਸ਼ਨ ਹੁੰਦੀ ਰਹੇਗੀ, ਅਤੇ ਗਰਮੀਆਂ ਵਿੱਚ ਵੀ ਇਹ ਜਿਹੜੀ ਅਕੋਮੋਡੇਸ਼ਨ ਹੈਗੀ ਬੜੀ ਵਧੀਆ ਇਹਨਾਂ ਨੂੰ ਸਰਵ ਕਰੇਗੀ। ਠੀਕ ਹੈ। ਚੱਲਦੇ ਹਾਂ ਉੱਥੇ ਔਨ ਦਾ ਸਪੋਟ ਇੰਨਾ ਕੁਛ ਆਰਕੀਟੈਕਟ ਸਾਹਿਬ ਨੇ ਦੱਸ ਦਿੱਤਾ, ਅਤੇ ਹੁਣ ਤਾਂ ਮੇਰਾ ਵੀ ਮਨ ਲਲਚਾ ਰਿਹਾ ਕਿ ਆਪਾਂ ਜਿਹੜੀ ਆ ਕਾਰ ਸੇਵਾ ਵਾਲੇ ਰੂਮ ਦੇ ਵਿੱਚ ਆਪਾਂ ਆ ਕੇ ਠਹਿਰਾ ਕਰਾਂਗੇ। ਔਰ ਇੰਨੀਆਂ ਫੈਸਿਲਿਟੀਜ਼ ਜਿਹੜੀਆਂ ਨੇ, ਹੋਰ ਲੱਕੜੀ ਦਾ ਵੀ ਸੁਣਿਆ ਪ੍ਰਬੰਧ ਕੀਤਾ ਗਿਆ, ਬਹੁਤ ਢੇਰ ਲੱਕੜੀ ਦੇ ਇਕੱਠੇ ਕੀਤੇ ਗਏ ਨੇ ਕਿ ਜੇ ਬਹੁਤੀ ਠੰਡ ਵੱਧ ਜਾਏਗੀ, ਜਦੋਂ ਇੱਥੇ 0 'ਤੇ ਟੈਂਪਰੇਚਰ ਚਲਾ ਜਾਂਦਾ ਅਤੇ ਬਾਕਾਇਦਾ ਤੌਰ 'ਤੇ ਅੰਗੀਠੀਆਂ ਬਣਾਈਆਂ ਜਾਣਗੀਆਂ, ਔਰ ਉਹਨਾਂ ਅੰਗੀਠੀਆਂ ਦੇ ਵਿੱਚ ਪੁਰਾਣੇ ਦੌਰ ਦੀ ਤਰ੍ਹਾਂ ਕੋਲੇ ਧਖਾ ਕੇ ਅਤੇ ਉਹਨਾਂ ਨੂੰ ਰੌਕਟ ਹੀਟਰ ਕਹਿੰਦੇ ਹਾਂ। ਅਤੇ ਉਹ ਖੁਦ ਆਪਣੇ ਆਪ 'ਚ ਇੱਕ ਟੈਕਨੋਲੋਜੀ ਹੈਗੀ ਹੈ। ਜਿਹੜੇ ਰਸਮੀ ਘਰ ਬਣਾਏ ਜਾਂਦੇ ਨੇ ਇੱਥੇ ਪਾਕਿਸਤਾਨ ਦੇ ਵਿੱਚ, ਚੂਨੇ ਘਰ ਇਹਦੇ ਇੱਟਾਂ ਦੇ ਚੂਨਿਆਂ ਦੇ, ਉਹ ਲੋਕ ਅੰਗੀਠੀ ਦੀ ਬਜਾਏ ਰੌਕਟ ਹੀਟਰ ਨੂੰ ਇਸਤੇਮਾਲ ਕਰਦੇ ਨੇ। ਉਹਦਾ ਮਕਸਦ ਇਹ ਹੀ ਹੁੰਦਾ, ਇੱਕ ਪਾਈਪ ਹੁੰਦਾ ਜਿਹੜਾ ਫਿਰ ਰਿਹਾ ਹੁੰਦਾ ਪੂਰੀ ਫੈਸਿਲਿਟੀ ਦੇ ਵਿੱਚ, ਅਤੇ ਉਹ ਪਾਈਪ ਕਿਉਂਕਿ ਅੱਗ ਤੋਂ ਨਿਕਲ ਧੂੰਆਂ ਹੋ ਰਿਹਾ ਹੁੰਦਾ ਉਹਦੇ 'ਚ, ਅਤੇ ਉਹ ਗਰਮ ਰਹਿੰਦਾ, ਉਹ ਗਰਮ ਹੋ ਕੇ ਉਹ ਪੂਰੀ ਇਨਵਾਇਰਮੈਂਟ ਨੂੰ ਗਰਮ ਰੱਖਦਾ। ਇਹ ਸਮਝ ਲਓ ਕਿ ਦੇਸੀ
ਕੀ ਕਹਿੰਦੇ ਨੇ ਹੀਟਿੰਗ ਸਿਸਟਮ ਜਿਹੜਾ ਹੀਟਿੰਗ ਸਿਸਟਮ ਹੈਗਾ। That's ਇਹਦੇ great, ਵਿੱਚ yeah. ਹੁਣ ਸਾਡਾ ਜਿਹੜਾ ਇੱਕ ਬੰਦਾ ਹੈਗਾ ਜਿਹਨੂੰ ਅਸੀਂ ਜੰਗਲ ਸਾਫ਼ ਕਰਨ ਵਾਸਤੇ ਇੱਥੇ ਰੱਖਿਆ ਸੀ, ਉਸ ਬੰਦੇ ਨੇ ਬੜੀ ਮਿਹਨਤ ਕੀਤੀ। ਉਹਨੇ ਸਾਨੂੰ ਤਕਰੀਬਨ ਸਾਡਾ ਸਿਰਫ ਸਰਦੀਆਂ ਦਾ ਨਹੀਂ ਬਲਕਿ ਅਗਲੀ 2 ਸਰਦੀਆਂ ਦਾ ਵੀ ਜਿਹੜਾ ਨਾ ਬਾਲਣ ਜਿਹੜਾ ਉਹ ਜਮ੍ਹਾਂ ਕਰਕੇ ਸਾਨੂੰ ਦਿੱਤਾ ਹੈ। ਉਹਨੇ ਢੇਰ ਲਾਏ ਹੋਏ ਨੇ ਜਗ੍ਹਾ ਜਗ੍ਹਾ ਤੇ, ਉਹ ਸਾਰੇ ਅਸੀਂ ਇਕੱਠੇ ਕਰ ਰਹੇ ਹਾਂ, ਇੱਕ ਜਗ੍ਹਾ ਸਟੋਰ ਕਰ ਰਹੇ ਹਾਂ। ਦੇਖੋ ਜੀ ਉਹ ਲੱਕੜ ਜਿਹੜੀ ਦੱਸਿਆ ਕਿ ਜੰਗਲ ਦੀ ਜਿਹੜੀ ਰਸਤਾ, ਇੱਕ ਹੋਰ ਰਸਤਾ ਨਿਕਲ ਰਿਹਾ ਗੁਰੂ ਘਰ ਦਾ, ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਗੁਰੂ ਘਰ ਦੀ ਬੈਕ ਸਾਈਡ ਦੇ ਉੱਤੋਂ ਕਸ਼ਮੀਰੀ ਗੇਟ ਵਾਲੀ ਸਾਈਡ ਤੋਂ ਵੀ ਇੱਕ ਰਸਤਾ ਆ ਰਿਹਾ, ਤੇ ਉਹਦੇ ਤੋਂ ਜਿੰਨੀ ਵੀ ਲੱਕੜੀ ਇਕੱਠੀ ਹੋ ਰਹੀ ਹੈ ਉਹਨੂੰ ਜ਼ਾਇਆ ਨਹੀਂ ਕੀਤਾ ਜਾ ਰਿਹਾ। ਜਿਹੜੀਆਂ ਸ਼ਰਬਸ ਜਿਹੜੇ ਨੇ, ਸੌਰੀ ਟਰੀ ਤੇ ਇੱਥੇ ਹੈ ਨਹੀਂ, ਸ਼ਰਬਸ ਨੇ, ਬਹੁਤ ਵਾਈਲਡ ਸ਼ਰਬਸ ਜਿਹੜੀਆਂ ਨੇ ਉਹ ਰਾਹ ਵਿੱਚ ਆ ਰਹੀਆਂ ਨੇ। ਜਿੱਦਾਂ ਕਿ ਆਪਾਂ ਸਫਾਈ ਕਰਦੇ ਹਾਂ ਤੇ ਉਹ ਇਕੱਠੀਆਂ ਕੀਤੀਆਂ ਹੋਈਆਂ ਢੇਰੀਆਂ 5-7 ਤੁਹਾਨੂੰ ਨਜ਼ਰ ਆ ਰਹੀਆਂ ਨੇ। ਉਹ ਕਿਚਨ ਵਾਲੀ ਜਗ੍ਹਾ ਦੇ ਉੱਤੇ ਵੀ ਬਹੁਤ ਜ਼ਿਆਦਾ ਢੇਰ ਲੱਗੇ ਹੋਏ ਨੇ। ਜਿੱਦਾਂ ਕਿਹਾ ਕਿ ਮੈਂ ਅਮੇਜ਼ਿੰਗ, ਮੈਨੂੰ ਤੇ ਇਹ ਪਤਾ ਹੀ ਨਹੀਂ ਸੀ ਹੈਗਾ ਕਿ ਉਹ ਜਿਹੜਾ ਪੁਰਾਣਾ ਹੀਟਿੰਗ ਸਿਸਟਮ ਹੈ ਉਹ ਵੀ ਕੀਤਾ ਜਾਏਗਾ ਇੱਥੇ। ਤੇ ਚੱਲਦੇ ਹਾਂ ਥੱਲੇ ਚੱਲ ਕੇ ਤੇ ਫਿਰ ਤੁਹਾਨੂੰ ਪੂਰੀ ਡਿਟੇਲ ਜਿਹੜੀ ਹੈ ਉੱਥੇ ਦਿਖਾਉਂਦੇ ਹਾਂ ਜੀ। ਰੱਬ ਰਾਖਾ। ਹਾਂਜੀ, ਸਾਡੇ ਸਿੰਘ ਸਾਹਿਬਾਨ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਆਪਣੇ ਜਿਹੜੇ ਕਾਰ ਸੇਵਾ ਕਰਨ ਵਾਲੇ ਸਾਡੇ ਭਰਾ ਨੇ, ਜਿਨ੍ਹਾਂ ਨੇ ਸਾਡਾ ਹੱਥ ਵੰਡਾਉਣਾ ਹੈ ਕਾਰ ਸੇਵਾ ਦੇ ਵਿੱਚ, ਉਹਨਾਂ ਦੀ ਗਿਣਤੀ ਅੱਛੀ ਖਾਸੀ ਹੈ, 30-35 ਲੋਕ ਨੇ। ਉਹਨਾਂ ਦੇ ਰਹਿਣ ਬਹਿਣ ਦਾ ਔਰ ਉਹਨਾਂ ਦੇ ਨਹਾਉਣ ਧੋਣ ਵਾਸਤੇ ਤਮਾਮ ਪ੍ਰਬੰਧ ਕਰ ਦਿੱਤਾ ਗਿਆ। ਇੱਥੋਂ ਅਸੀਂ ਸ਼ੁਰੂ ਕਰਦੇ ਹਾਂ ਔਰ ਨਾਲ ਹੀ ਨਾਲ ਰਾਈਟ ਸਾਈਡ 'ਤੇ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਕਿ ਰਬਾਬ ਫਾਤਮਾ ਚਿਸ਼ਤੀ ਔਰ ਲੈਫਟ ਸਾਈਡ 'ਤੇ ਰਾਣਾ ਉਸਮਾਨ, ਦੋਨੋਂ ਬਹੁਤ ਜਿਹੜੇ ਨੇ ਉਹ ਆਰਕੀਟੈਕਟ ਨੇ ਔਰ ਸਾਰੀ ਜਿਹੜੀ ਰੀਸਟੋਰੇਸ਼ਨ ਦੀ ਪਲੈਨਿੰਗ ਹੈ ਉਹ ਇਹਨਾਂ ਕੋਲ ਹੈ। ਔਰ ਉਸ ਤੋਂ ਬਾਅਦ ਹੈ ਜਿਹੜੀ ਟੈਂਪਰੇਰੀ ਰੈਜ਼ੀਡੈਂਸ ਜਿਹੜੀਆਂ ਬਣ ਰਹੀਆਂ ਨੇ ਉਹਦੇ ਵਿੱਚ ਕੀ ਫੈਸਿਲਿਟੀਜ਼ ਹੋਣਗੀਆਂ ਸਾਡੇ ਕਾਰ ਸੇਵਾ ਕਰਨ ਵਾਲੇ ਭਰਾਵਾਂ ਵਾਸਤੇ ਔਰ ਕਿਸ ਤਰੀਕੇ ਨਾਲ ਇਹਨੂੰ ਮੈਨੇਜ ਕੀਤਾ ਜਾਏਗਾ। ਮੈਂ ਪਹਿਲੇ ਤਾਂ ਰਬਾਬ ਦਾ ਸ਼ੁਕਰੀਆ ਅਦਾ ਕਰਾਂਗਾ ਕਿ ਉਹਨਾਂ ਨੇ ਸਤਪ੍ਰੀਤ ਸਿੰਘ ਜੀ ਨੂੰ ਅੱਛੇ ਤਰੀਕੇ ਨਾਲ ਗਾਈਡ ਕੀਤਾ ਔਰ ਉਹਨਾਂ ਨੇ ਹੀ ਅੱਗੋਂ ਫਿਰ ਜ਼ੋਰ ਵੀ ਦਿੱਤਾ ਕਿ ਆਪਾਂ ਇਕੁਐਲਿਟੀ, ਜਦੋਂ ਇਕੁਐਲਿਟੀ ਦੀ ਗੱਲ ਆਉਂਦੀ ਹੈ ਤਾਂ ਫਿਰ ਉਹਦੇ ਵਿੱਚ ਕੋਈ ਛੋਟਾ ਜਾਂ ਵੱਡਾ ਨਹੀਂ ਦੇਖਿਆ ਜਾਂਦਾ, ਨਾ ਕੋਈ ਜਿੰਸ ਦੇਖੀ ਜਾਂਦੀ ਹੈ, ਕੋਈ ਨਾ ਇਹ ਦੇਖਿਆ ਜਾਂਦਾ ਕਿ ਵੀ ਕੋਈ ਸਿੱਖ ਹੈ ਜਾਂ ਨਾਨ ਸਿੱਖ ਹੈ ਜਾਂ ਕੋਈ ਵੀ ਧਰਮ ਨਹੀਂ ਦੇਖਿਆ ਜਾਂਦਾ ਉਹਦੇ ਵਿੱਚ। ਅਤੇ ਸੋ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਜਿੰਨੇ ਭਰਾ ਇੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਦਿਲ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਅਤੇ ਕੀ ਕਹਿਣਾ ਚਾਹੋਗੇ ਰੂਬਾਬ ਤੁਸੀਂ? नहीं, आपने सही बात की है इक्वालिटी वाली, और वो यहाँ पे एक्चुअली फुलफ़िल हो रही है द वे दे आर फंडिंग द होल थिंग। सबसे ज़्यादा जो मुझे अच्छा कॉन्सेप्ट लगता है, इट्स लंगर, ऑब्वियसली वो हमारे रिलीजन में हाँ, और आप मतलब सिखिज़म में भी है, और वो एक्चुअली सबके लिए इक्वल है। जिस प्लेट में हम खा रहे हैं उसमें ही मज़दूर खा रहे हैं, सेम खाना है, कोई प्रेफरेंस नहीं है ऑन द बेसिस ऑफ द पोस्ट और जो भी तरीका है, मतलब कोई बॉस नहीं है इधर और उसके लिए एग्जैक्टली। और उठ के हम अपनी थालियाँ खुद धोते हैं बिकॉज एवरीबडी वॉशेज देयर ओन थाली, हाँ। तो इस तरह से लाइक इट्स अ वेरी गुड एंड डिफरेंट एक्सपीरियंस देन अदर प्रोजेक्ट्स, या देन अदर, मतलब वो काफ़ी कमर्शियल होते हैं। इट्स मतलब इसकी सेंटिमेंटल वैल्यू भी बहुत ज़्यादा है, रिलीजियस वैल्यू है, और मतलब हम भी अटैच्ड हैं इन ऑल एस्पेक्ट्स। क्या फील करती है थोड़ा सा काम, क्योंकि आपके नाम के साथ चिश्ती लगता है, तो चिश्ती जो है वो बड़े मतलब कि कह लें आपके क्वालिटी के हक़ में बड़े सगीर में इंडियन सब कॉन्टिनेंट के अंदर उनका बड़ा हाथ रहा है इस्लाम को फैलाने में। तो उनकी मेन चीज़ ही यही थी, वो भी इस चीज़ के ऊपर, इक्वालिटी के ऊपर बहुत ज़्यादा जोर था। रिलीजन के ऊपर नहीं था लेकिन इक्वालिटी के ऊपर बहुत। तो ये बात हमने आगे कन्वे की है और सतप्रीत सिंह को समझ आई है, और उन्होंने फिर उसका ही अंडरस्टूड द होल सिचुएशन, और फिर उन्होंने कहा हाँ ऑब्वियसली ये ऐसे ही चलता है। मैंने उन्हें एक सजेशन दी कि कल को ये जगह ड्राइवरों के लिए यूज़ हो जाएगी, बिकॉज आई गॉट दैट सजेशन फ्रॉम द वन ऑफ द पीपल फ्रॉम PSGPC। तो ही वाज लाइक नहीं, हम इस तरह से नहीं रहते हैं, हमारे ड्राइवर भी उधर बैठते हैं जिधर हम बैठते हैं नज़दीक। हाँ, इट डज़ मेक सेंस। तो इसी तरह से मतलब जहाँ हम लोग हैं वो भी इंसान ही है उतने ही जितने हम हैं। जी बिल्कुल, जी बिल्कुल। तो मेरा नहीं ख्याल कोई फ़र्क की सेंस बनती थी, तो वो एक्चुअली हमने प्रैक्टिकली भी करके दिखा दिया। अभी जब उस्मान आपको विज़िट कराएंगे तो आपको समझ आ जाएगा कि हाउ वी आर डूइंग ऑल द ਥੈਂਕ ਯੂ ਜੀ, ਸਾਨੂੰ ਸਾਰੀ ਡਿਟੇਲ ਦੇਣ ਦਾ ਬਹੁਤ ਸ਼ੁਕਰੀਆ ਰਬਾਬ ਜੀ, ਥੈਂਕ ਯੂ ਤੁਹਾਡਾ। ਔਰ ਅਸੀਂ ਹੁਣ ਗੱਲ ਕਰਾਂਗੇ ਉਸਮਾਨ ਦੇ ਨਾਲ। ਰਾਣਾ ਉਸਮਾਨ, ਕੀ ਹਾਲ ਨੇ ਤੁਹਾਡਾ? ਤੁਹਾਡੇ ਪ੍ਰੋਜੈਕਟ ਅਸੀਂ ਪਹੁੰਚ ਗਏ ਹਾਂ, ਜਿਹੜਾ ਤੁਸੀਂ ਮੇਨ ਪ੍ਰੋਜੈਕਟ ਕਰ ਰਹੇ ਹੋ ਵੀ ਇਹ ਤੁਹਾਡਾ ਪ੍ਰੋਜੈਕਟ ਹੈ, ਕਿਉਂਕਿ ਉਧਰ ਵਾਲਾ ਪ੍ਰੋਜੈਕਟ ਦੇ ਵਿੱਚ ਤਾਂ ਸਾਰੇ ਮਿਲ ਕੇ ਕਰ ਰਹੇ ਨੇ, ਲੇਕਿਨ ਇੱਥੇ ਤੁਹਾਡਾ ਬਹੁਤਾ ਹੱਥ ਹੈ, ਇਹ ਜਿਹੜੀ ਨਿਊ ਕੰਸਟਰਕਸ਼ਨ ਹੈ। ਸੋ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ, ਮਾਈਕ ਇਜ਼ ਯੋਰ, ਔਰ ਤੁਸੀਂ ਸਾਨੂੰ ਦੱਸੋ ਕਿ ਇੱਥੋਂ ਹੀ ਸ਼ੁਰੂ ਹੋ ਜਾਵੋ ਕਿ ਤੁਸੀਂ ਇਹ ਕੀ ਕੀਤਾ ਹੈ। ਠੀਕ ਜੀ ਪਲੀਜ਼। अस्सलाम वालेकुम जी। ਇਹ ਅਸੀਂ ਡਰਾਅ ਕੀਤਾ ਸੀ ਲਾਹੌਰ ਦੇ ਵਿੱਚ, ਸਾਰਿਆਂ ਨੇ ਮਿਲ ਕੇ ਡਿਸਾਈਡ ਕੀਤਾ ਸੀ, ਸਪੇਸ ਅਸੀਂ ਡਿਸਾਈਡ ਕੀਤੀ ਸੀ ਕਿ ਕਿੱਥੇ ਅਸੀਂ ਪਲੇਸ ਕਰਨਾ ਹੈ। ਅਸੀਂ ਤੁਸੀਂ ਪਿੱਛੇ ਵੇਖੋਗੇ ਤੇ ਨਾਲ ਹੀ ਕੈਨੀ ਸਾਹਿਬ ਦਾ ਡੇਰਾ ਹੈਗਾ, ਇਹਦੇ ਦੇ ਪੁਰਾਣੇ ਰੈਜ਼ੀਡੈਂਟ ਹੈਗੇ ਨੇ। ਬਿਲਕੁਲ ਉਹਨਾਂ ਦੇ ਨਾਲ ਗੁਰਦੁਆਰੇ ਤੋਂ ਬਹੁਤ ਦੂਰ ਅਸੀਂ ਆ ਕੇ
ਇਹ ਚੀਜ਼ ਬਣਾਈ ਕਿੰਨਾ ਫਾਸਲਾ ਹੋਏਗਾ ਅੰਦਾਜ਼ਨ? ਤਕਰੀਬਨ ਇਧਰ ਤੁਸੀਂ ਵੇਖੋ ਤਾਂ 450-500 ਫੁੱਟ ਬਣ ਜਾਂਦਾ ਹੈ ਅੱਛਾ, ਗੇਟ ਤੱਕ, 450 ਠੀਕ ਹੈ। ਸਰੋਵਰ ਤੱਕ ਤਕਰੀਬਨ 350 ਫੁੱਟ ਬਣ ਜਾਂਦਾ Okay. ਹੈ, ਠੀਕ ਹੈ, ਲੇਕਿਨ ਇੰਨਾ ਡਿਸਟੈਂਸ ਹੈ। ਜੀ ਪਲੀਜ਼। ਅਸੀਂ ਸਭ ਤੋਂ ਆਖਰ ਤੇ ਰੱਖਿਆ ਸੈਪਟੀ ਟੈਂਕ। ਇਸ ਸੈਪਟੀ ਟੈਂਕ ਦੀ ਨਿਕਾਸ ਦਾ ਤਰੀਕਾ ਇਹ ਹੈਗਾ ਕਿ ਇਹ ਵਾਸ਼ਰੂਮ ਦਾ ਡੱਬਾ ਹੈਗਾ, ਬਾਕਸ ਹੈਗਾ। ਵਾਸ਼ਰੂਮ ਦੇ ਨਾਲ ਪਰਲੀ ਸਾਈਡ ਤੇ ਕਮਰੇ ਸ਼ੁਰੂ ਹੁੰਦੇ ਨੇ, ਉਹਨਾਂ ਦੇ ਵਿੱਚ ਬਾਥਰੂਮ ਤੇ ਕਮਰਿਆਂ ਦੇ ਵਿੱਚ ਜਿਹੜਾ ਤੁਹਾਡਾ ਗੁਸਲਖਾਨੇ ਹੈਗੇ ਨੇ, ਉਹ ਹੋਦੀ ਕਨੈਕਟ ਕਰਦੀ ਹੈ ਸੈਪਟੀ ਟੈਂਕ ਨੂੰ। ਇਹ ਹੋਦੀ ਸੈਪਟੀ ਟੈਂਕ ਕਨੈਕਟ ਕਰਦਾ ਹੈ ਹੋਦੀ ਨੂੰ। ਇਹ ਅੱਗੇ ਇੱਕ ਹੋਦੀ ਹੋਰ ਬਣੇਗੀ, ਉਹ ਇਸ ਛੋਟੀ ਹੋਦੀ ਹੈਗੀ, ਇਹ ਕਨੈਕਟ ਕਰੇਗੀ ਮੇਨ ਹੋਦੀ ਨੂੰ ਜਿੱਥੇ ਸਾਰਾ ਗੁਸਲਖਾਨੇ ਦਾ ਪਾਣੀ ਜਾ ਰਿਹਾ। ਸੈਪਟੀ ਟੈਂਕ ਦੇ ਵਿੱਚ ਸਿਰਫ ਬਾਥਰੂਮ ਦਾ ਪਾਣੀ ਆ ਰਿਹਾ, ਗੁਸਲਖਾਨੇ ਦਾ, ਖੁਰੇ ਦਾ, ਕਿਚਨ ਦਾ ਪਾਣੀ ਸਾਰਾ ਜਿਹੜਾ ਉਹ ਡਾਇਰੈਕਟ ਅਸੀਂ ਹੋਦੀ ਦੇ ਥਰੂ ਖੇਤਾਂ ਵਿੱਚ ਉਹਦਾ ਓਵਰਫਲੋ ਕਰ ਰਹੇ ਹਾਂ, ਠੀਕ ਹੈ, ਤਾਂ ਕਿ ਉਹ ਇਹਨੂੰ ਭਰੇ ਹੀ ਨਾ। ਇਹ ਬਿਲਕੁਲ ਜਿਹੜਾ ਨਾ ਮਿਨੀਮਮ ਅਸੀਂ ਇਹਦਾ ਯੂਜ਼ੇਜ ਰੱਖਿਆ ਕਿ ਮਿਨੀਮਮ ਤਰੀਕੇ ਨਾਲ ਇਹਨੂੰ ਅਸੀਂ इस्तेमाल करिए। टेक्निकल यानी कि उन्होंने हाँ, ये हमारे बाथरूम का ब्लॉक है। इस बाथरूम में हमने 2 डिवीजन्स किए हैं। डिवीजन इसलिए किए हैं कि एक बाथरूम वो है जिसमें बुज़ुर्ग जो घुटनों के बल नहीं बैठ सकते, उकड़ू नहीं बैठ सकते, उनके लिए हमने सीट लगाई है, कमोड। और वो कमोड जो है हमने उसको एक सेपरेट एंट्रेंस दे दी है ताकि जो है बुज़ुर्ग हैं उनको आसानी से वो आके अपना इस्तेमाल कर सकें, ठीक है। दूसरा आप पीछे आएंगे तो ये खुरा है जहाँ पे इनके कपड़े धोने जो सारे सेवा के लिए लोग आए हुए हैं उनके। ये हमारे पास 4 जो हैं गुसल खाने हैं, इनमें गर्म और ठंडे पानी का दोनों का इंतज़ाम है, आप देख सकते हैं। ठीक है जी, ठीक है। हॉट वाटर और कोल्ड वाटर बहुत, कोल्ड वाटर ठीक है, बहुत ऑफ है, ठीक है। अब आप सामने यहाँ देखें तो ये जो है ये सिंक हैं, अच्छा, ठीक है, और आगे गीज़र लगा हुआ है ताकि इनको हॉट वाटर मिल सके। ये 4 WC हैं हमारे पास। ओके जी, इंडियन सीट्स है, ये ठीक भी बन रहे हैं इसलिए जरा बता ये दें, फिलिंग अभी हुई है। फिलिंग की हुई है ताकि क्योंकि अभी दरवाजे इनके कल पहुंचेंगे, ओके, वो ताकि फिक्स कोई होंगे, यूज़ ना करे, इसलिए वो मतलब बनाते हुए भी फिल कर देते हैं ताकि उसमें कोई कचरा ना फंस जाए। तो वो फिल किए हुए तो वो खाली नहीं करवाए ताकि जो है वो एक ही बार जब दरवाजे लग जाएँ तो वो फिर उसी टाइम यूज़ में आए। ठीक हो गया जी। उसके बाद अकोमोडेशन की तरफ ले चलें। जी हाँ, आ जाए। ये लेंथ में जो बने हुए नजर ये पूरी जो लेंथ है एंड तक ये सारी अकोमोडेशन है। इसको हमने 3 इक्वल पार्ट्स में डिवाइड किया, जिसमें 3 डिफरेंट टीम्स जो हैं वो रहेंगी, उनके सोने की, उनके बैठने की जगह है इसमें। ये जी हाँ, क्योंकि ये साइड जो है हमारी ये सारी की सारी साउथ वेस्ट है, तो यहाँ से हमें सर्दियों में बड़ा प्यारा जो है ना लाइट आती है। अभी अगर हम दोपहर को 1-1:30 बजे के करीब आते हैं तो जो लाइट आपको यहाँ दीवार पे नज़र आ रही है वो इस फ्लोर के ऊपर पूरी छन के आ रही होती है, ठीक है। इसका मतलब है कि पूरी सनलाइट जो है सनलाइट ये रिसीव करता है, और हार्श सनलाइट रिसीव नहीं करता। मतलब इस मौसम की सनलाइट आ रही है लेकिन गर्मियों की जो सनलाइट है वो नहीं आएगी, क्योंकि ये जो स्लैब ऊपर आ रही है ये हमने तकरीबन 15-15 इंच बाय दोनों तरफ शेड किया है इसको, अच्छा, ताकि डायरेक्ट वाटर जो बारिश का पानी है वो भी ना आ सके और जो है लाइट भी आती रहे। और जो गर्मियों लाइट बहुत ज़्यादा ज़रूरी है बिल्डिंग में कि डे टाइम में आप एनर्जी कम से कम कंज्यूम करेंगे। मतलब ये मगरिब तक जो है ना इसमें लाइट होगी। फिर इसकी वेंटिलेशन का ये है कि ये सारी एयर फ्लो इसी तरफ होता है मोस्टली, तो ये आपका मेन एयर सोर्स है, और जो ये है ये आपकी वेंटिलेशन का एयर सोर्स है। ओके, अच्छा, तो ये सर्दियों में क्या कवर करेंगे आप इसको? हमने इसके लिए चिक आई हुई हैं, आपने देखी होंगी वहाँ पे लगी पड़ी हुई हैं, इसकी चिक आ चुकी हुई हैं। अच्छा, वो चिक यहाँ वो उस चिक के डबल लेयर चिक है, वो उसमें एक तरफ पैराशूट लगा हुआ है और दूसरी तरफ एक मोटा कपड़ा है। बारिश नहीं आने देगी, बारिश भी नहीं आएगी, सर्दी भी नहीं आएगी, उससे बहुत बाहर लगेंगे, अंदर की तरफ लगाएंगे, ओके, ताकि उसको रोल करना है रोल भी कर लें। बारिश से वो बाहर तो ख़राब हो सकती है, अंदर ख़राब नहीं होगी। ठीक हो गया। फिर यहाँ पे हम हर जो बीम आपको सेंटर में नज़र आ रहे हैं, इन बीम के ऊपर मेन छत आपकी रेस्ट करती है। हमने दूसरे स्टील रॉड के साथ अपने बीम पावर नहीं किए, हमने प्रीफैब भी लिया ताकि हम इसको रिसाइकिल कर सकें। इवन जिससे मैंने गोंदन वालों से हमने ये स्लैब ली है गुजरात से, तो उनसे हमारी डील ये है कि वो जब भी हमने उठवानी होगी तो वो 50% पे हमसे ये ले लेंगे और खुद आके इसको डिसेंबल करेंगे और खुद आके उठा के ले जाएंगे। 50% इजी टू मतलब रिमूव है, रिमूव नहीं बल्कि रीयूज है, रीयूज कहीं पे वो कहते हैं कि वो ये बिक जाएगी उनकी दोबारा भी। ਇਹ ਦੇਖੋ ਜੀ, ਸਭ ਤੋਂ ਪਿਆਰੀ ਜਿਹੜੀ ਗੱਲ ਹੈ ਕਿ ਇਹ ਜਿਹੜਾ ਬਿਲਡਿੰਗ ਮਟੀਰੀਅਲ ਹੈ ਉਹਨੂੰ ਜ਼ਾਇਆ ਨਹੀਂ ਕੀਤਾ ਜਾਏਗਾ। ਅਗਰ ਟੈਂਪਰੇਰੀ ਰੈਜ਼ੀਡੈਂਸ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਨੂੰ, ਤੇ ਉਹ ਉਹਨਾਂ ਨੇ ਬੜਾ ਜ਼ਬਰਦਸਤ ਦਿਆ ਹੈ। ਇਹ ਗੋਂਦਲ ਦੀਆਂ ਤਿਆਰ ਛੱਤਾਂ ਨੇ,
ਗੋਂਦਲ ਦੀਆਂ ਤਿਆਰ ਛੱਤਾਂ ਨੇ ਜਿਹੜੀਆਂ ਕਿ ਪਾਕਿਸਤਾਨ 'ਚ ਬਹੁਤ ਮਸ਼ਹੂਰ ਨੇ ਕਿ ਇਹਨਾਂ ਦੇ ਬੀਮਸ ਔਰ ਇਹਨਾਂ ਦੀ ਹਰ ਚੀਜ਼ ਜਿਹੜੀ ਹੈ ਉਹ ਲਾਈਫ ਟਾਈਮ ਗਰੰਟੀ ਵੀ ਹੈ ਔਰ ਨਾਲ ਦੀ ਨਾਲ ਬੜੀ ਮਜ਼ੇ ਦੀ ਗੱਲ ਹੈ ਕਿ ਇੱਕ ਸਲੈਬ ਚੁੱਕੀ ਜਾਏਗੀ ਔਰ ਪੂਰੀ ਦੀ ਪੂਰੀ ਛੱਤ ਜਿਹੜੀ ਹੈ ਉਹ ਫੋਲਡ ਹੋ ਜਾਏਗੀ ਔਰ ਆਪਾਂ ਸਾਡਾ ਮਟੀਰੀਅਲ ਜਿਹੜਾ ਉਹ ਵੇਸਟ ਨਹੀਂ ਹੋਏਗਾ ਇਹਦੇ 'ਚ। ਦੈਟਸ ਵੈਰੀ ਗ੍ਰੇਟ ਜੀ। ਬੀਮ ਅਸੀਂ ਖੁਦ ਪੋਰ ਕਰਦੇ ਤੇ ਉਹ ਸਾਰਾ ਕੰਕਰੀਟ ਉਹ ਤੇ ਇੱਕ ਇੱਕ ਇੱਟ ਕੱਢਾਂਗੇ ਤੇ ਵਿੱਚੋਂ ਸਾਰੀ ਇੱਟ ਵੀ ਵਾਹ ਜੀ ਵਾਹ। ਉਹ ਲੋਡ ਨਹੀਂਗਾ ਕਿ ਇੱਟ ਨਾ ਨਿਕਲੇ, ਬੜੇ ਆਰਾਮ ਨਾਲ ਨਿਕਲ ਜਾਏ, ਬਿਲਕੁਲ ਜੀ। ਇਹ ਟੁੱਟੇਗੀ ਵੀ ਨਹੀਂ। ਉਸਮਾਨ ਸਾਹਿਬ ਇਹ ਤੇ ਬਹੁਤ ਜ਼ਬਰਦਸਤ ਟੈਕਨੀਕ ਤੁਸੀਂ ਯੂਜ਼ ਕੀਤੀ ਹੈ। ਅਸੀਂ ਉਹਨੂੰ ਬੜਾ ਇਹਦੇ ਨਾਲ ਛੇਤੀ ਵੀ ਹੋ ਗਿਆ ਨਾ ਕੰਮ ਵੀ ਛੇਤੀ ਹੋ ਗਿਆ। ਬੀਮ ਪੋਰ ਕਰਨੇ ਸੀ ਉਹਨਾਂ ਨੂੰ 15 ਦਿਨ ਤੇ ਉਹੀ ਸੁੱਕਣ ਨੂੰ ਚਾਹੀਦੇ ਸੀ ਨਾ। ਤੇ ਇਹ 3 ਬਰਾਬਰ ਹਾਲ ਹੈਗੇ ਨੇ ਜਿਨ੍ਹਾਂ ਵਿੱਚੋਂ ਇੱਕ ਜਿਹੜੀ ਸਾਡੀ ਰੈਸਟੋਰੇਸ਼ਨ ਵਾਲੇ ਕਾਰ ਸੇਵਾ ਵਾਲੇ ਹੈਗੇ ਨੇ ਉਹ ਰਹਿਣਗੇ, ਦੂਜਾ ਜਿਹੜਾ ਸਾਡਾ ਖੁਦਾਈ ਵਾਲੀ ਕਾਰ ਸੇਵਾ ਦੇ ਲੋਕ ਹੈਗੇ ਨੇ ਉਹ ਰਹਿਣਗੇ, ਤੀਜੀ ਸਾਡੇ ਜਿਹੜੇ ਲਾਂਗਰੀ ਨੇ ਤੇ ਉਹਨਾਂ ਦੇ ਅਸਿਸਟੈਂਟ ਨੇ ਤੇ ਉਹਨਾਂ ਦਾ ਸਾਰਾ ਕੁਝ ਹੈਗਾ ਉਹ ਹੋਏਗਾ। ਇਹਦੇ ਬਾਅਦ ਅਸੀਂ ਬਾਹਰ ਜਾਂਦੇ ਹਾਂ। ਜੀ ਜੀ ਤੰਦੂਰ ਚੱਲ ਰਿਹਾ ਜੀ। ਹੁਣ ਜੀ ਲੰਗਰ ਦਾ ਇਹ ਹੈਗਾ ਕਿ ਇਹ ਅਸੀਂ ਤੰਦੂਰ 'ਤੇ ਪਲੇਸ ਕੀਤਾ, ਇਹ ਬਿਲਕੁਲ ਦੂਜੇ ਕੋਨੇ 'ਤੇ ਆ ਕੇ ਇਹ ਸਾਰੀ ਉਹ ਲੱਕੜ ਹੈਗੀ ਜਿਹੜੀ ਅਸੀਂ ਇੱਥੇ ਜਮ੍ਹਾਂ ਕੀਤੀ ਹੈ, ਜਿਹੜੀ ਆਸਫ ਨੇ ਜਮ੍ਹਾਂ ਕੀਤੀ ਹੈ। ਤੇ ਇਹ ਤਕਰੀਬਨ ਤੁਸੀਂ ਵੇਖ ਸਕਦੇ ਹੋ ਹੈ ਇਹ ਕੁਝ ਵੀ ਨਹੀਂ ਗੀ ਜਿੰਨੀ ਲੱਕੜ ਇੱਥੇ ਪਈ ਹੋਈ ਹੈ। ਹੋਰ ਮਤਲਬ ਜਗ੍ਹਾ ਜਿੱਥੇ ਜਿੱਥੇ ਉਹਨੇ ਪਹਾੜੀਆਂ ਸਾਫ਼ ਕੀਤੀਆਂ ਨੇ ਮੁੰਡੇ ਨੇ, ਉਹਨੇ ਉਹ ਸਾਰੀ ਲੱਕੜ ਜਮ੍ਹਾਂ ਕੀਤੀ, ਉਹਨੇ ਕੋਈ ਲੱਕੜ ਸਾੜੀ ਨਹੀਂ ਗਈ। ਸ਼ੁਰੂ ਵਿੱਚ ਸਾੜੀਆਂ ਨੇ ਅਸੀਂ ਲੱਕੜਾਂ ਅਸੀਂ ਨਹੀਂ ਸਾੜੀਆਂ, ਪਰ ਮਤਲਬ ਜਿੰਨੇ ਵੀ ਸਾੜੀਆਂ ਨੇ ਤੇ ਅਸੀਂ ਉਹਨੂੰ ਮਨਾ ਕੀਤਾ। ਫਿਰ ਅਸੀਂ ਉਹ ਸਾਰਾ ਜਮ੍ਹਾਂ ਕਰਨਾ ਸ਼ੁਰੂ ਕੀਤਾ ਤਾਂ ਕਿ ਮੁੰਡੇ ਹੁਣ ਰਾਤ ਨੂੰ ਸਰਦੀ ਇੱਥੇ ਬਹੁਤ ਹੁੰਦੀ ਹੈ ਤੇ ਮੁੰਡੇ ਰਾਤ ਨੂੰ ਇੱਥੇ ਮੱਛ ਲਾਉਂਦੇ ਨੇ ਤੇ ਤਾਮੀਏ ਦੇ ਵਿੱਚ ਤੇ ਉਹਨੂੰ ਇਸਤੇਮਾਲ ਵੀ ਕਰ ਰਹੇ ਨੇ ਤੇ ਫਿਰ ਵੀ ਸਾਡੇ ਕੋਲ ਵਾਧੂ ਜਿਹੜਾ ਨਾ ਬਾਲਣ ਹੈ। ਇਹ ਤੰਦੂਰ ਹੈਗਾ ਜੀ, ਇਹਦੇ ਨਾਲ ਹੀ ਅਸੀਂ ਇਹ ਕਿਚਨ ਬਣਾ ਰਹੇ ਹਾਂ। ਕਿਚਨ ਸਾਡਾ ਇਸ ਤਰਫ ਨੂੰ ਫੇਸ ਕਰਦਾ ਤਲਾਕੀ ਗੇਟ ਵੱਲ ਨੂੰ, ਠੀਕ ਹੈ ਜੀ। ਇਹ ਕਿਚਨ ਇੱਥੇ ਆਏਗਾ, ਇਹਦੇ ਪਿੱਛੇ ਪੂਰਾ ਸਟੋਰ ਹੈਗਾ ਆਖਰ ਤੱਕ, ਠੀਕ ਹੈ ਜੀ, ਜਿਹਦੇ ਵਿੱਚ ਸਾਰਾ ਕਿਚਨ ਦਾ ਪੈਂਟਰੀ ਬਣਦੀ ਹੈ। ਕਿਚਨ ਦੇ ਨਾਲ ਹੀ ਅੱਧਾ ਜਿਹੜਾ ਹਿੱਸਾ ਹੈਗਾ ਉਹਦੇ ਵਿੱਚ ਸਾਡਾ ਆਪਣਾ ਸਟੋਰ ਹੈਗਾ, ਜਿਹਦੇ ਵਿੱਚ ਅਸੀਂ ਆਪਣੇ ਔਜ਼ਾਰ ਵਗੈਰਾ ਜਿਹੜੇ ਅਸੀਂ ਲੈ ਕੇ ਇਸਤੇਮਾਲ ਕਰ ਰਹੇ ਹਾਂ ਲਿਆਂਦੇ ਨੇ ਉਹ ਅਸੀਂ ਇੱਥੇ ਸਟੋਰ ਕਰਾਂਗੇ। ਤੁਸੀਂ ਇਹ ਵੇਖ ਰਹੇ ਹੋ ਬੀਮ ਜਿਹੜੀਆਂ ਨੇ ਇੱਕ ਫੁੱਟ ਜਿਹੜਾ ਨਾ ਬਾਹਰ ਨੇ ਦੀਵਾਰ ਤੋਂ, ਇਹਨਾਂ ਉੱਤੇ ਸਲੈਬ ਆਏਗੀ ਤਾਂ ਕਿ ਸ਼ੇਡ ਰਹੇ। ਉਹਨਾਂ ਵਿੱਚ ਥੱਲੇ ਬਲਬ ਅਸੀਂ ਲਾ ਦੇਂਗੇ, ਉਹਨਾਂ ਨੂੰ ਪਾਣੀ ਨਹੀਂ ਖਰਾਬ ਕਰੇਗਾ। ਉੱਤੇ ਦੂਜਾ ਬਾਰਿਸ਼ ਦਾ ਪਾਣੀ ਡਾਇਰੈਕਟ ਦੀਵਾਰ ਦੇ ਉੱਤੇ ਨਹੀਂ ਆਏਗਾ, ਉਹ ਸਲੈਬ ਦੇ ਥਰੂ ਪਹਿਲੇ ਡਿੱਗੇਗਾ, ਠੀਕ ਹੈ ਜੀ। ਤੇ ਬਾਕੀ ਇਹੀ ਹੈ, ਠੀਕ ਹੈ ਜੀ। हाँ जी जी बिल्कुल उस्मान साहब ने पूरी डिटेल दसी है कि किस तरीके नाल बिल्डिंग जिहड़ी है वो मुकम्मल हो रही है और बड़ी स्पीड नाल हो रही है और 1-2 दिन दे विच मेरा ख्याल है लोग शिफ्ट भी हो जाएंगे। लो जी 2 दिन का टाइम यानी कि इन्नी शॉर्ट टाइम दे विच अकोमोडेशन भी तैयार हो के और लोग जिहड़े ने उहदे च रहना भी शुरू कर देंगे और बाकी गीज़र वाला जिहड़ा सिस्टम है सारा वो भी उन्होंने दस दिता तुहानूं, तंदूर वाला भी दस दिता कि गुरु घर का किचन भी यानी कि फ्री किचन फॉर एवरीवन जिहड़ा कॉन्सैप्ट है गुरु घर का लंगर ਉਹਦਾ भी तुसी देख लिया और काम जिहड़ा देख लो तुसी कि दिन ढल चुकिया हले भी जिहड़ी कार सेवा वाली टीम है वो काम कर रही है और पिछे वो तुसी दिखाओ बैक साइड दे उत्ते वो गुरु घर का जिहड़ा गुंबद है तुहानूं वो नज़र आ रहा है। देखो किन्नी फासले दे उत्ते जिहड़ा ये सारा कुछ किया जा रहा है। बाकी बिल्डिंग जिहड़ी अगे बनी हुई है यह भी टैंपरेरी बिल्डिंग है, इहदी भी कच्ची छत है, ठीक है जी। तो मैं हाँ तुहाडा अपना होस्ट शाहिद शबीर बाबा जी और तुसी देख रहे हो रंजीत निगारा और